ਅੱਜ ਦੀ ਕਹਾਣੀ ਦਾ ਨਾਮ ਹੈ ਬੇਨਾਮ ਰਿਸ਼ਤੇ ਭਾਗ ਤੀਜਾ ਅਤੇ ਇਹ ਕਹਾਣੀ ਭੁਪਿੰਦਰ ਸਿੰਘ ਰੈਣਾ ਦੀ ਲਿਖੀ ਹੈ। ਬਬਲੂ ਨੂੰ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ ਬਾਰਾਮੂਲੇ ਵਿੱਚ। ਉੱਥੇ ਹੀ ਕਿਰਾਏ 'ਤੇ ਕਮਰਾ ਲੈ ਕੇ ਰਹਿਣ ਲੱਗ ਗਏ। ਦਿਨੇ ਬਬਲੂ ਦੁਕਾਨ 'ਤੇ ਰਹਿੰਦਾ, ਦੁਪਹਿਰ ਰੋਟੀ ਖਾਣ ਘਰ ਆਉਂਦਾ। ਹਮੇਸ਼ਾ ਪ੍ਰੀਤੀ ਨੂੰ ਗਮਗੀਨ ਅਤੇ ਚਿੰਤਾ ਵਿੱਚ ਵੇਖਦਾ। ਉਹ ਲੱਖ ਯਤਨ ਕਰਨ 'ਤੇ ਫਿਆਜ਼ ਨੂੰ ਭੁੱਲ ਨਹੀਂ ਸੀ ਸਕੀ। ਹਰ ਪਲ ਫਿਆਜ਼ ਦੀ ਯਾਦ ਉਸ ਨੂੰ ਤੜਫਾਉਂਦੀ। ਉਸ ਦੇ ਨਾਲ ਬਿਤਾਏ ਪਲ, ਬਿਤਾਈਆਂ ਰਾਤਾਂ ਉਸ ਦੀ ਸੋਚ ਨੂੰ ਨਿਢਾਲ ਕਰਦੀਆਂ। ਕਈ ਵਾਰ ਉਸ ਦੇ ਮਨ ਵਿੱਚ ਆਉਂਦਾ, ਫਿਰ ਭੱਜ ਜਾਵਾਂ, ਫਿਰ ਫਿਆਜ਼ ਕੋਲ ਚਲੀ ਜਾਵਾਂ। ਉਸ ਦੇ ਬਗੈਰ ਉਸ ਨੂੰ ਆਪਣਾ ਜੀਵਨ ਅਧੂਰਾ ਜਾਪਦਾ। ਇਸੇ ਸੋਚ ਵਿੱਚ ਅਤੇ ਉਸ ਦੀ ਯਾਦ ਵਿੱਚ ਉਹ ਸਾਰਾ ਦਿਨ ਗੁਜ਼ਾਰ ਦਿੰਦੀ। ਉਹਨੂੰ ਬਬਲੂ ਵਿੱਚ ਕੋਈ ਰੁਚੀ ਨਹੀਂ ਸੀ, ਕੇਵਲ ਸਮਾਜ ਦੇ ਬੰਧਨ ਵਿੱਚ ਜਕੜੀ ਹੋਈ ਸੀ। ਹਾਂ, ਰੋਟੀ ਦੋਨੋਂ ਵਕਤ ਬਬਲੂ ਨੂੰ ਖਵਾ ਦਿੰਦੀ ਸੀ, ਪਰ ਕਦੀ ਮੀਟ ਜਾਂ ਮੁਰਗਾ ਬਬਲੂ ਲੈ ਕੇ ਆਉਂਦਾ ਤਾਂ ਉਹ ਬਣਾ ਦਿੰਦੀ, ਪਰ ਆਪ ਨਹੀਂ ਖਾਂਦੀ। ਕਦੀ ਉਹਦਾ ਕੋਈ ਭਰਾ ਮਿਲਣ ਆਉਂਦਾ ਅਤੇ ਬਬਲੂ ਅਕਸਰ ਪੁੱਛਦਾ, ਇਹ ਵੈਸ਼ਨੂੰ ਹੈ ਕੀ? ਅਤੇ ਭਰਾ ਕਹਿੰਦਾ, ਇਹ ਤਾਂ ਮੀਟ ਮੁਰਗੇ ਦੀ ਬਹੁਤ ਸ਼ੌਕੀਨ ਹੈ, ਪਰ ਹੁਣ ਕਿਉਂ ਨਹੀਂ ਖਾਂਦੀ ਪਤਾ ਨਹੀਂ। ਚਲੋ, ਨਹੀਂ ਖਾਂਦੀ ਤੇ ਨਾ ਸਹੀ। ਵਾਸਤਵ ਵਿੱਚ ਉਹ ਕਲਮਾ ਪੜ੍ਹ ਕੇ ਮੁਸਲਮ ਹੋ ਗਈ ਸੀ ਅਤੇ ਝਟਕਾ ਮਾਸ ਨਹੀਂ ਖਾਂਦੀ ਸੀ। ਬਬਲੂ ਦੇ ਮਿੱਤਰ ਅਤੇ ਯਾਰ ਉਹਦੀ ਦੁਕਾਨ 'ਤੇ ਕਈ ਵਾਰ ਗੱਪ-ਸ਼ੱਪ ਕਰਨ ਆਉਂਦੇ, ਹਾਲ ਚਾਲ ਪੁੱਛਦੇ, ਉਹਦੀ ਪਤਨੀ ਬਾਰੇ ਚਰਚਾ ਕਰਦੇ। ਉਹਨਾਂ ਦੀ ਦਿਲਚਸਪੀ ਇਹ ਰਹਿੰਦੀ ਕਿ ਕੁੜੀ ਦੂਜੇ ਬੰਦੇ ਨਾਲ ਭੱਜ ਗਈ ਸੀ, ਚਰਿੱਤਰ ਦੀ ਠੀਕ ਨਹੀਂ ਹੋਵੇਗੀ, ਹੋ ਸਕਦਾ ਹੈ ਕਿਤੇ ਸਾਡੀ ਵੀ ਦਾਲ ਗਲ ਜਾਏ। ਬਬਲੂ ਦੇ ਘਰ ਜਾਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ, ਪ੍ਰੀਤੀ ਨੂੰ ਮਿਲਣ ਦਾ ਜਾਂ ਵੇਖਣ ਦਾ ਕੋਈ ਹੀਲਾ ਕਰਦੇ। ਕਦੀ ਕਹਿੰਦੇ, ਤੂੰ ਕੋਈ ਪੈਰਵੀ ਨਹੀਂ ਕੀਤੀ, ਕਿਤੇ ਘਰ ਬੁਲਾ ਕੇ ਸਾਨੂੰ ਵੀ ਭਾਬੀ ਦੇ ਹੱਥ ਦਾ ਬਣਿਆ ਕੁਝ ਖਿਲਾ ਪਿਲਾ ਦੇ। ਬਬਲੂ ਨੇ ਆਪਣੇ ਕੁਝ ਮਿੱਤਰ ਆਪਣੇ ਘਰ ਸੱਦ ਹੀ ਲਏ ਚਾਹ ਪਾਣੀ ਪਿਲਾਉਣ ਲਈ, ਪਰ ਕਿਸੇ ਦੀ ਵੀ ਨੀਅਤ ਠੀਕ ਨਹੀਂ ਸੀ। ਉਹਨਾਂ ਦੀ ਸੋਚ ਸੀ ਕਿ ਜਿਹੜੀ ਕੁੜੀ ਕਿਸੇ ਨਾਲ ਭੱਜ ਗਈ ਹੈ ਉਹ ਚਰਿੱਤਰਵਾਨ ਨਹੀਂ ਹੋਵੇਗੀ। ਉਹਨਾਂ ਨੇ ਕਈ ਫੱਬਕੀਆਂ ਕੱਸੀਆਂ, ਕਈ ਟਿਚਕਰਾਂ ਕੀਤੀਆਂ, ਪਰ ਪ੍ਰੀਤੀ ਚੁੱਪਚਾਪ ਸਹਿ ਗਈ, ਕਿਸੇ ਵੀ ਗੱਲ ਦਾ ਉੱਤਰ ਨਹੀਂ ਦਿੱਤਾ। ਚਾਹ ਪਾਣੀ ਦੇ ਨਾਲ ਗਰਮ ਪਕੌੜੇ ਬਣਾ ਕੇ ਉਹਨਾਂ ਨੂੰ ਖਿਲਾਏ ਅਤੇ ਰੁਸਤਕ ਕੀਤਾ। ਕਾਫੀ ਹੱਸੀ ਮਜ਼ਾਕ ਚੱਲਦਾ ਰਿਹਾ, ਪਰ ਕਿਸੇ ਵੀ ਗੱਲ 'ਤੇ ਰੋਸ ਨਹੀਂ ਜਤਾਇਆ। ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤੀ ਨੇ ਬਬਲੂ ਦੇ ਦੋਸਤਾਂ ਲਈ ਬੜੇ ਅਪਸ਼ਬਦ ਵਰਤੇ। ਕਿਹੋ ਜਿਹੇ ਦੋਸਤ ਨੇ ਤੁਹਾਡੇ? ਕੀ ਸਮਝਦੇ ਨੇ ਕਿ ਮੈਂ ਬਜ਼ਾਰੂ ਔਰਤ ਹਾਂ? ਕੀ ਸਮਝਦੇ ਨੇ ਕਿ ਮੈਂ ਚਰਿੱਤਰਹੀਨ ਹਾਂ ਅਤੇ ਇਹੋ ਜਿਹੇ ਟੁੱਚੇ ਮੈਨੂੰ ਪ੍ਰਭਾਵਿਤ ਕਰਨਗੇ? ਅੱਜ ਤੇ ਤੁਸੀਂ ਇਹਨਾਂ ਨੂੰ ਲਿਆਏ ਹੋ, ਪਰ ਖਿਆਲ ਰੱਖਣਾ ਦੁਬਾਰਾ ਇਹਨਾਂ 'ਚੋਂ ਕੋਈ ਵੀ ਮੇਰੇ ਘਰ ਨਾ ਆਏ। ਵਾਹਿਯਾਤ ਲੋਕ ਹਨ ਇਹ। ਤੁਸੀਂ ਵੀ ਸਮਝ ਲਓ ਕਿ ਮੈਂ ਅਗਰ ਆਪਣਾ ਧਰਮ ਛੱਡ ਕੇ, ਆਪਣੀ ਮਾਂ, ਆਪਣੇ ਭਰਾ ਛੱਡ ਕੇ ਉਸ ਮੁੰਡੇ ਨਾਲ ਗਈ ਸਾਂ ਤਾਂ ਸਮਝੋ ਮੈਂ ਉਸ ਨੂੰ ਕਿੰਨਾ ਪਿਆਰ ਕੀਤਾ ਹੋਏਗਾ, ਕਿੰਨਾ ਉਸ ਨੂੰ ਚਾਹਿਆ ਹੋਏਗਾ। ਉਸ ਦੇ ਨਾਲ ਜੀਣ ਮਰਨ ਨੂੰ ਤਿਆਰ ਸਾਂ। ਉਹ ਮੇਰੀ ਰੂਹ ਵਿੱਚ ਵਸ ਗਿਆ ਸੀ। ਇਹ ਕਦੀ ਨਹੀਂ ਸੋਚਣਾ ਕਿ ਮੈਂ ਬਦਚਲਨ ਹਾਂ। ਤੁਹਾਡੇ ਨਾਲ ਵਿਆਹ ਕਰਕੇ ਮੈਂ ਜ਼ਿੰਦਗੀ ਨਾਲ ਸਮਝੌਤਾ ਕੀਤਾ ਹੈ। ਤੁਹਾਨੂੰ ਚਾਹਿਆ ਨਹੀਂ, ਤੁਹਾਨੂੰ ਪਿਆਰ ਨਹੀਂ ਕਰਦੀ ਅਤੇ ਨਾ ਹੀ ਕਰ ਸਕਦੀ ਹਾਂ। ਮੈਂ ਤੁਹਾਡੀ ਇੱਜ਼ਤ ਕਰਦੀ ਹਾਂ, ਤੁਹਾਡਾ ਸਨਮਾਨ ਕਰਦੀ ਹਾਂ ਕਿ ਮੇਰੇ ਇੰਨੇ ਔਗੁਣਾਂ ਦੇ ਬਾਅਦ ਵੀ ਤੁਸੀਂ ਮੈਨੂੰ ਅਪਣਾਇਆ, ਮੇਰਾ ਹੱਥ ਫੜਿਆ, ਬਦਨਾਮੀ ਤੋਂ ਬਚਾਇਆ, ਮੇਰੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਕੀਤਾ
ਤੇ ਮੈਂ ਵੀ ਸਾਰੀ ਉਮਰ ਤੁਹਾਡੀ ਇੱਜ਼ਤ ਕਰਦੀ ਰਹਾਂਗੀ। ਸੱਚਮੁੱਚ ਪ੍ਰੀਤੀ ਨੇ ਆਪਣੇ ਜੀਵਨ ਨਾਲ ਸਮਝੌਤਾ ਕੀਤਾ ਸੀ, ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕੀਤਾ ਸੀ। ਉਹ ਫਿਆਜ਼ ਨੂੰ ਭੁੱਲੀ ਨਹੀਂ ਸੀ। ਜਦੋਂ ਇਕੱਲੀ ਹੁੰਦੀ ਉਸੇ ਦੀ ਯਾਦ ਵਿੱਚ ਗਵਾਚੀ ਰਹਿੰਦੀ, ਉਸ ਦੇ ਨਾਲ ਗੁਜ਼ਾਰੇ ਹਰ ਪਲ ਨੂੰ ਆਪਣੇ ਖਿਆਲਾਂ ਵਿੱਚ ਜੀਵੰਤ ਕਰਦੀ ਰਹਿੰਦੀ। ਹਾਂ, ਪਰ ਪਤੀ ਨੂੰ ਵੀ ਸਤਿਕਾਰਦੀ, ਉਹਦੇ ਵਾਸਤੇ ਪਿਆਰ ਨਾਲ ਭੋਜਨ ਬਣਾਉਂਦੀ, ਪਿਆਰ ਨਾਲ ਖਵਾਉਂਦੀ ਤੇ ਪਤਨੀ ਹੋਣ ਦਾ ਫਰਜ਼ ਵੀ ਨਿਭਾਉਂਦੀ। ਹਰ ਰਾਤ ਪਤੀ ਕੋਲ ਸੌਂਦਿਆਂ ਆਪਣੇ ਖਿਆਲ ਵਿੱਚ ਉਹ ਫਿਆਜ਼ ਨੂੰ ਮਹਿਸੂਸ ਕਰਦੀ। ਕਈ ਵਾਰ ਬਬਲੂ ਨੂੰ ਉਹਦੇ ਵਿੱਚ ਪਰਾਇਆਪਨ ਵੀ ਝਲਕਦਾ। ਪਰ ਚਲੋ, ਗ੍ਰਹਿਸਤੀ ਦੀ ਗੱਡੀ ਜਿਵੇਂ ਕਿਵੇਂ ਅੱਗੇ ਚੱਲਦੀ ਰਹੀ। ਇੱਕ ਦਿਨ ਤਾਂ ਹੱਦ ਹੋ ਗਈ ਜਦੋਂ ਬਬਲੂ ਦੇ ਦੋਸਤਾਂ ਵਿੱਚੋਂ ਇੱਕ ਦੋਸਤ ਉਸਦੇ ਘਰ ਆ ਗਿਆ। ਸ਼ਾਮ ਨੂੰ ਉਸ ਦਿਨ ਬਬਲੂ ਰਾਤ ਲਈ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਪਿੰਡ ਗਿਆ ਸੀ। ਉਸ ਦਾ ਪਿੰਡ 20-25 ਕਿਲੋਮੀਟਰ ਦੂਰ ਸੀ। ਬਾਰਾਮੂਲਾ ਤੋਂ ਆਵਾਜਾਈ ਸਾਧਨ ਨਾ ਹੋਣ ਕਾਰਨ ਸ਼ਾਮੀ ਜਲਦੀ ਜਾਣਾ ਪਿਆ ਤੇ ਰਾਤ ਗੁਜ਼ਾਰ ਕੇ ਮਾਤਾ ਪਿਤਾ ਨਾਲ ਸਵੇਰ ਵੇਲੇ ਆ ਕੇ ਦੁਕਾਨ ਵੀ ਖੋਲ੍ਹਣੀ ਸੀ। ਉਸੇ ਸ਼ਾਮ ਜਦੋਂ ਬਬਲੂ ਘਰ ਨਹੀਂ ਸੀ, ਦਰਵਾਜ਼ੇ 'ਤੇ ਦਸਤਕ ਹੋਈ। ਬਬਲੂ ਦੇ ਮਿੱਤਰ ਕੁਲਦੀਪ ਨੂੰ ਦੇਖ ਕੇ ਹੈਰਾਨ ਹੋਈ ਤੇ ਪਰੇਸ਼ਾਨ ਵੀ। ਉਸਨੇ ਅੱਧਾ ਹੀ ਬੂਹਾ ਖੋਲ੍ਹਿਆ ਤੇ ਕਿਹਾ, ਬਬਲੂ ਘਰ ਨਹੀਂ ਹੈ। ਉਹ ਤੇ ਮੈਨੂੰ ਪਤਾ ਹੈ, ਇਸੇ ਲਈ ਤਾਂ ਆਇਆ ਹਾਂ, ਉਸਨੇ ਦਰਵਾਜ਼ੇ ਦੇ ਅੰਦਰ ਵੜਦਿਆਂ ਕਿਹਾ। ਕਿਉਂ ਆਏ ਹੋ? ਤੈਨੂੰ ਮਿਲਣ, ਕੁਲਦੀਪ ਨੇ ਉੱਤਰ ਦਿੱਤਾ। ਕੀ ਕੰਮ ਹੈ? ਪ੍ਰੀਤੀ ਨੇ ਕ੍ਰੋਧ ਵਿੱਚ ਪੁੱਛਿਆ। ਸੋਚਿਆ ਤੇਰਾ ਹਾਲ ਚਾਲ ਹੀ ਪੁੱਛ ਲਈਏ। ਮੈਂ ਬਿਲਕੁਲ ਠੀਕ ਹਾਂ, ਤੁਸੀਂ ਇੱਥੋਂ ਚਲੇ ਜਾਓ। ਜਾਣ ਲਈ ਥੋੜ੍ਹੇ ਆਇਆ ਹਾਂ, ਸੋਚਿਆ ਅੱਜ ਰਾਤ ਤੇਰੇ ਕੋਲ ਹੀ ਬਿਤਾ ਲੈਂਦਾ ਹਾਂ। ਬੜੀ ਉਤੇਜਨਾ ਨਾਲ ਕੁਲਦੀਪ ਬੋਲਿਆ। ਤੁਸੀਂ ਇੱਥੋਂ ਚਲੇ ਜਾਓ, ਨਹੀਂ ਤਾਂ ਠੀਕ ਨਹੀਂ ਹੋਵੇਗਾ। ਪ੍ਰੀਤੀ ਡਾਰਲਿੰਗ, ਬਬਲੂ ਦੇ ਵਿਆਹ 'ਤੇ ਮੈਂ ਵੀ ਖਰਚਾ ਕੀਤਾ ਹੈ ਜਦੋਂ ਉਹਦਾ ਪਿਓ ਨਹੀਂ ਸੀ ਮੰਨਦਾ, ਤੇ ਹੁਣ ਪੈਸਾ ਵਸੂਲ ਕਰਨ ਆਏ ਹੋ? ਪ੍ਰੀਤੀ ਦੀ ਆਵਾਜ਼ ਉੱਚੀ ਹੋ ਗਈ, ਤੇਵਰ ਬਦਲ ਗਏ। ਇਹੋ ਹੀ ਸਮਝ ਲੈ। ਤੇ ਕੁਲਦੀਪ ਨੇ ਪ੍ਰੀਤੀ ਦਾ ਹੱਥ ਫੜ ਲਿਆ। ਪ੍ਰੀਤੀ ਨੇ ਜ਼ੋਰ ਨਾਲ ਹੱਥ ਖਿੱਚਿਆ ਤੇ ਦੂਰ ਹੋ ਗਈ। ਕੁਲਦੀਪ ਤੇ ਹਿੰਮਤ ਕਰ ਹੀ ਚੁੱਕਿਆ ਸੀ। ਹੋਰ ਅੱਗੇ ਹੋਇਆ ਤੇ ਪ੍ਰੀਤੀ ਨੂੰ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਪ੍ਰੀਤੀ ਦਾ ਗੁੱਸਾ ਆਪੇ ਤੋਂ ਬਾਹਰ ਹੋ ਗਿਆ। ਤੂੰ ਕਿੰਨਾ ਕਮੀਨਾ ਤੇ ਘਟੀਆ ਆਦਮੀ ਹੈ। ਤੈਨੂੰ ਸ਼ਰਮ ਨਹੀਂ ਆਈ ਕਿ ਇੱਕ ਦੋਸਤ ਦੀ ਗੈਰ ਹਾਜ਼ਰੀ ਵਿੱਚ ਉਹਦੀ ਪਤਨੀ ਕੋਲ ਆ ਗਿਆ ਹੈ ਖੇ ਖਾਨ? ਇੱਥੋਂ ਆਰਾਮ ਨਾਲ ਚਲਾ ਜਾ, ਨਹੀਂ ਤੇ ਸ਼ੋਰ ਮਚਾ ਦਾਂਗੀ। ਮਕਾਨ ਮਾਲਕ ਥੱਲੇ ਰਹਿੰਦਾ ਹੈ। ਤੈਨੂੰ ਫੜਵਾ ਕੇ ਉਹ ਸ਼ਤਰੌਲ ਫਰਾਉਂਗੀ ਕਿ ਜ਼ਿੰਦਗੀ ਭਰ ਤੇਰੀ ਆਸ਼ਕੀ ਵਾਲਾ ਭੂਤ ਨਿਕਲ ਜਾਏਗਾ। ਤੂੰ ਕੀ ਸਮਝ ਕੇ ਆਇਆ ਹੈ ਕਿ ਮੈਂ ਬਾਜ਼ਾਰ ਵਿੱਚ ਬੈਠੀ ਹਾਂ ਤੇਰੇ ਵਰਗੇ ਕੁੱਤਿਆਂ ਦੀ ਆਯਾਸ਼ੀ ਲਈ? ਅਸੀਂ ਕਿਹੜਾ ਫਿਆਜ਼ ਮੁਹੰਮਦ ਤੋਂ ਘੱਟ ਹਾਂ। ਖਬਰਦਾਰ ਅਗਰ ਉਸ ਦਾ ਨਾਂ ਲਿਆ। ਉਹ ਮੇਰਾ ਗੁਜ਼ਰਿਆ ਹੋਇਆ ਵਕਤ ਹੈ। ਉਸ ਵਕਤ ਨੂੰ ਮੈਂ ਪਿੱਛੇ ਛੱਡ ਆਈ ਹਾਂ। ਨਾਲੇ ਉਹ ਤੇਰੇ ਵਰਗਾ ਜ਼ਲੀਲ ਤੇ ਘਟੀਆ ਨਹੀਂ ਸੀ। ਪ੍ਰੀਤੀ ਉਸੇ ਰੌਂ ਵਿੱਚ ਬੋਲ ਰਹੀ ਸੀ ਤੇ ਕੁਲਦੀਪ ਨੂੰ ਜਾਣ ਲਈ ਦਰਵਾਜ਼ੇ ਵੱਲ ਇਸ਼ਾਰਾ ਕਰ ਰਹੀ ਸੀ। ਪਰ ਕੁਲਦੀਪ ਢੀਠ ਸੀ, ਮੰਜੇ 'ਤੇ ਬੈਠਾ ਰਿਹਾ। ਉਹਦੀ ਵੀਣੀ ਫੜਨ ਦੀ ਕੋਸ਼ਿਸ਼ ਕੀਤੀ। ਕਿਸੇ ਵੀ ਤਰੀਕੇ ਜ਼ੋਰ ਲਗਾ ਕੇ ਉਸਨੇ ਵੀਣੀ ਛੁਡਾਈ ਤੇ ਦਰਵਾਜ਼ੇ ਵਿੱਚੋਂ ਬਾਹਰ ਹੋ ਗਈ। ਪੌੜੀਆਂ ਤੋਂ ਥੱਲੇ ਉਤਰ ਗਈ। ਪਹਿਲੀ ਮੰਜ਼ਲ ਵਿੱਚ ਮਕਾਨ ਮਾਲਕ ਰਹਿੰਦੇ ਸਨ ਤੇ ਸਿੱਧਾ ਉਹਨਾਂ ਦੇ ਅੰਦਰ ਵੜ ਗਈ। ਮਕਾਨ ਮਾਲਕ ਨੂੰ ਸਾਰੀ ਦਾਸਤਾਨ ਸੁਣਾਈ। ਉਹ ਵੀ ਗੁੱਸੇ ਨਾਲ ਪ੍ਰੀਤੀ ਨੂੰ ਨਾਲ ਲੈ ਕੇ ਪੌੜੀਆਂ ਚੜ੍ਹਿਆ। ਕਮਰਾ ਖਾਲੀ ਸੀ। ਕੁਲਦੀਪ ਜਾ ਚੁੱਕਾ ਸੀ ਤੇ ਪ੍ਰੀਤੀ ਕਿਸੇ ਅਣਹੋਣੀ ਤੋਂ ਬਚ ਗਈ ਸੀ। ਇਸ ਦਾ ਅਗਲਾ ਭਾਗ ਸੁਣਨ ਲਈ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਧੰਨਵਾਦ।